स्वागत है एक बार फिर तो आप सब का प्राइम एशिया टीवी ते मैं हाँ नवजीत। प्रोग्राम है प्राइम डिस्कशन विद जतिंदर पन्नू। गलबात करांगे अज दे इस प्रोग्राम विच राम रहीम बारे, क्योंकि करोना रिपोर्ट पहला पॉजिटिव आई है तो उस तो बाद रिपोर्ट नैगेटिव आ गई है। होर भी बहुत सारिया खबरां ने। हरियाणा विच रेलवे वालों जमीन एक्वायर की गई है, उन्होंने लैके भी कई तरह का रौला पै गया, कई तरह की चर्चा चलती पई है। पर सब तो पहला स्वागत करते हैं पन्नू साहब का। स्वागत है पन्नू साहब बहुत बहुत प्रोग्राम में। पन्नू साहब, राम रहीम की रिपोर्ट पहला करोना पॉजिटिव आई है तो बाद विच रिपोर्ट आ गई नैगेटिव। हनीप्रीत पास बना के बैठी सी अटेंडेंट का, किवें देखते हो? देखो, राम रहीम ਜਿਹੜੇ ਉਹਨੂੰ ਗੁਰੂ ਮੰਨਦੇ ਆ, ਪਿਤਾ ਜੀ ਮੰਨਦੇ ਆ, ਮੰਨੀ ਜਾਣ जी। ਸਾਡੇ ਵਾਸਤੇ ਹਿੰਦੁਸਤਾਨ ਦੇ 135-40 ਕਰੋੜ ਲੋਕਾਂ ਵਰਗਾ ਲੋਕ ਆ ਇੱਕ ਬੰਦਾ ਇਨਸਾਨ ਆ। ਔਰ ਇਨਸਾਨਾਂ ਦੇ ਵਿੱਚੋਂ ਵੀ ਜਿਹੜੇ ਕ੍ਰਿਮੀਨਲ ਹੁੰਦੇ ਆ, ਅਪਰਾਧੀ ਹੁੰਦੇ ਆ जी। ਉਹ ਅਦਾਲਤ ਤੋਂ 3 ਕੇਸਾਂ 'ਚ ਸਾਬਤ ਹੋਇਆ ਅਪਰਾਧੀ ਆ। 2 ਕੇਸ ਤੇ ਉਹਦੇ ਆਪਣੀਆਂ ਸਾਧਵੀਆਂ ਨਾਲ ਬਲਾਤਕਾਰ ਦੇ, ਦੋਵਾਂ 'ਚੋਂ ਅਪਰਾਧੀ ਸਾਬਤ ਹੋਇਆ। जी। ਤੀਜਾ ਪੱਤਰਕਾਰ ਛਤਰਪਤੀ ਦੇ ਕਤਲ ਦਾ ਕੇਸ ਹੈ, ਉਹਦੇ 'ਚ ਅਪਰਾਧੀ ਸਾਬਤ ਹੋਇਆ। ਇਹਦੇ ਬਾਵਜੂਦ ਕਿਉਂਕਿ ਅਦਾਲਤ ਨੇ ਉਹਨੂੰ ਕੋਈ ਮੌਤ ਦੀ ਸਜ਼ਾ ਤਾਂ ਨਹੀਂ ਦਿੱਤੀ ਹੋਈ, ਲੰਮੀ ਸਜ਼ਾ ਕੈਦ ਦੀ ਆਪੇ ਭੁਗਤੇ। जी। ਜਦ ਤੱਕ ਅਦਾਲਤ ਇਹੋ ਜਿਹੀ ਕੋਈ ਸਜ਼ਾ ਨਹੀਂ ਦਿੰਦੀ, ਇਨਸਾਨ ਦੇ ਤੌਰ 'ਤੇ ਅਸੀਂ ਆਖਾਂਗੇ ਜਿਉਂਦਾ ਰਹਿਣਾ ਚਾਹੀਦਾ। ਇਸ ਕਰਕੇ ਵੀ ਜਿਉਂਦਾ ਰਹਿਣਾ ਚਾਹੀਦਾ ਤਾਂ ਕਿ ਕੀਤੇ ਪਾਪ ਜਿਹੜੇ ਆ ਉਹਨਾਂ ਦੀ ਸਜ਼ਾ ਭੁਗਤੇ जी। ਤੇ ਬਾਕੀ ਸਮਾਜ ਨੂੰ ਸੇਧ ਮਿਲੇ। ਦੂਜਾ ਸਵਾਲ ਆ ਜਾਂਦਾ ਕਿ ਉਹਨੂੰ ਪਿਛਲੇ ਦਿਨਾਂ 'ਚ ਬਿਮਾਰੀ ਦਾ ਰੌਲਾ ਪਿਆ, ਉਹਦੇ ਤੋਂ ਪਹਿਲਾਂ ਉਹਨੇ ਕਿੰਨੀ ਵਾਰੀ ਜੇਲ੍ਹ ਤੋਂ ਬਾਹਰ ਜਾਣ ਵਾਸਤੇ ਪਰੋਲ ਮੰਗੀ। जी। ਕਦੇ ਮੇਰੇ ਸੇਵਕ ਦੀ ਧੀ ਦਾ ਵਿਆਹ ਤੇ ਕਹਿੰਦੀ ਆ ਪਿਤਾ ਜੀ ਆਉਣਗੇ ਤੇ ਵਿਆਹ ਕਰਾਉਣਾ, ਅਦਾਲਤ ਨੇ ਨਹੀਂ ਮੰਨਿਆ। ਕਦੇ ਮੇਰੀ ਮਾਂ ਬਿਮਾਰ ਆ, ਅਦਾਲਤ ਨੇ ਆਖਿਆ ਇਲਾਜ ਕਰਨ ਵਾਲੇ ਹੈਗੇ, ਕਰਾਉਣ ਵਾਲੇ ਹੈਗੇ। ਕਦੇ ਮੈਂ ਆਪਣੀ ਫਸਲ ਸਾਂਭਣੀ ਆ, ਅਦਾਲਤ ਨੇ ਆਖਿਆ ਜਿਨ੍ਹਾਂ ਨੇ ਤੇਰੀ ਫਸਲ ਬੀਜੀ ਸੀ ਸਾਂਭ ਲੈਣਗੇ। ਬਹਾਨੇ ਮਾਰ ਪਰੋਲ ਭਰਦਾ ਰਿਹਾ। जी। ਹੁਣ ਅੱਗੜ ਪਿਛੜ ਇੱਕ ਹਫ਼ਤੇ 'ਚ 3-4 ਵਾਰੇ ਬਾਹਰ ਆ ਗਿਆ। ਇੱਕ ਦਿਨ 48 ਘੰਟਿਆਂ ਦੀ ਪਰੋਲ ਲੈ ਕੇ ਆਇਆ ਤੇ 12 ਘੰਟਿਆਂ 14 ਘੰਟਿਆਂ ਬਾਅਦ ਇਹਨੂੰ ਫਿਰ ਵਾਪਸ ਅੰਦਰ ਤਾੜਨਾ ਪਿਆ। ਦੂਜੀ ਵਾਰੀ ਚੁੱਪ ਚਪੀਤੇ ਗਏ, ਜਾ ਕੇ ਟੈਸਟ ਦੇ ਬਹਾਨੇ ਉੱਥੋਂ ਗੇੜਾ ਮਾਰ ਕੇ ਬਾਹਰ ਚਲਾ ਗਿਆ। ਇਹ ਕਿਤੇ ਵਾਰ-ਵਾਰ ਬਾਹਰ ਲਿਆ ਕੇ ਹਰਿਆਣੇ ਦੀ ਸਰਕਾਰ ਟੋਹਦੀ ਤਾਂ ਨਹੀਂ ਪਈ ਕਿ ਪਬਲਿਕ ਭੜਕਦੀ ਹੈ ਕਿ ਨਹੀਂ ਭੜਕਦੀ? जी। ਇਹ ਕੋਈ ਹੋਰ ਚੱਕਰ ਜਾਪਦਾ। ਹੁਣ ਉਹਨੂੰ ਇਹ ਕਹਿ ਕੇ ਕਿ ਇੱਥੇ ਰੋਹਤਕ PGI ਜਿਹੜੀ ਹੈ, PGI ਛੋਟੀ ਹੋ ਗਈ ਤੇ ਮੈਦਾਂਤਾ ਹਸਪਤਾਲ ਗੁਰੂਗ੍ਰਾਮ ਦਾ ਵੱਡਾ ਹੋ ਗਿਆ। ਉੱਥੇ ਭੇਜ ਦਿੱਤਾ ਗਿਆ ਗੁਰੂਗ੍ਰਾਮ। ਉੱਥੇ ਜਾ ਕੇ ਜੀ ਟੈਸਟ ਰਿਪੋਰਟ ਜਿਹੜੀ ਪਹਿਲੀ ਆਈ ਉਹ ਪੋਜੀਟਿਵ ਹੈ जी। ਤੇ ਦੂਸਰੀ ਹੁਣ ਕਹਿੰਦੇ ਨੈਗੇਟਿਵ ਆ ਗਈ। ਪਰ ਇਸ ਪੋਜੀਟਿਵ ਤੇ ਨੈਗੇਟਿਵ ਦੇ ਦਰਮਿਆਨ ਨਾ ਉਹਨੂੰ ਉਹਦੀ ਮਾਤਾ ਜਾ ਕੇ ਮਿਲੀ, ਨਾ ਪਤਨੀ, ਨਾ ਪੁੱਤਰ। ਜਾ ਕੇ ਮਿਲੀ ਹਨੀਪ੍ਰੀਤ। जी। ਉਹ ਕਹਿੰਦਾ ਮੇਰੀ ਧੀ ਆ, ਲੋਕੀ ਕਹਿੰਦੇ ਪਤਾ ਨਹੀਂ ਕੀ ਆ। ਜਿੱਦਣ ਉਹ ਬਾਹਰ ਟੈਸਟ ਕਰਾਉਣ ਆਇਆ ਸੀ ਉਧਰ ਵੀ ਇੱਕੋ ਗੱਲ ਆਖੀ ਗਿਆ ਸੀ, ਹਨੀਪ੍ਰੀਤ ਨੂੰ ਸੱਦ ਦਿਓ। ਹੁਣ ਵੀ ਟੈਸਟ ਵਾਸਤੇ ਸੈਂਪਲ ਦੇਣ ਤੇ ਟੈਸਟ ਦੀ ਨੈਗੇਟਿਵ ਰਿਪੋਰਟ ਆਉਣ ਦੇ ਦੌਰਾਨ ਇੰਨੀ ਤੇਜ਼ੀ ਵਿਖਾਈ ਗਈ ਕਿ ਹਨੀਪ੍ਰੀਤ ਪਹੁੰਚ ਵੀ ਗਈ, ਹਨੀਪ੍ਰੀਤ ਦਾ ਪਾਸ ਵੀ ਬਣ ਗਿਆ। जी। ਹਨੀਪ੍ਰੀਤ ਬਗੈਰ ਕਿਸੇ ਰਿਸ਼ਤੇਦਾਰੀ ਤੋਂ ਉਹਦੀ ਅਟੈਂਡੈਂਟ ਵੀ ਬਣ ਗਈ। ਇਹ ਕਿੱਦਾਂ ਬਣ ਗਈ? ਇੱਦਾਂ ਤਾਂ ਫਿਰ ਕੱਲ੍ਹ ਨੂੰ ਆਸਾਰਾਮ ਕਹਿਣ ਡਿਆ ਕਿ ਮੇਰਾ ਇਲਾਜ ਫਲਾਣੀ ਜਿਹੜੀ ਕੁੜੀ ਹੈ ਨਾ, ਜਿਹੜੀ ਆਯੁਰਵੈਦਿਕ ਦੀ ਡਾਕਟਰ ਹੈ, ਉਹ ਹੀ ਕਰ ਸਕਦੀ ਹੈ, ਤੁਸੀਂ ਲਾਗੇ ਕੋਈ ਨਾ ਜੋ, ਉਹ ਮੇਰਾ ਇਲਾਜ ਕਰੂਗੀ। ਫਿਰ ਤਾਂ ਕੱਲ੍ਹ ਨੂੰ ਉਹਨੂੰ ਵੀ ਖੁੱਲ੍ਹ ਦੇਣੀ ਪੈ ਜੂਗੀ। ਇਹ ਖੁੱਲ੍ਹਾ ਦਾ ਤਮਾਸ਼ਾ ਕੀ ਹੈ? ਆਸਾਰਾਮ ਨੂੰ ਇਸ ਕਰਕੇ ਖੁੱਲ੍ਹ ਨਹੀਂ ਮਿਲਦੀ ਕਿਉਂਕਿ ਉਹ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਦੇ ਬਹੁਤ ਨੇੜੇ ਹੁੰਦਾ ਸੀ ਤੇ ਨਰਿੰਦਰ ਮੋਦੀ ਨਾਲ ਬਣਦੀ ਨਹੀਂ ਸੀ। ਜੋ ਬਣਨੋਂ ਹਟ ਗਈ ਤੇ ਇਹਨੇ ਰਗੜ ਦਿੱਤਾ ਜੇਲ੍ਹ 'ਚੋਂ ਨਾ ਹੋਵੇ। जी। ਪਰ ਇਹਦੇ ਨਾਲ ਬਣਦੀ ਹੈ, ਇਹਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਘੜੀ ਮੁੜੀ ਬਾਹਰ ਕੱਢਿਆ ਜਾ ਰਿਹਾ। ਇਹ ਤਮਾਸ਼ਾ ਕੀ ਹੁੰਦਾ ਪਿਆ? ਇੱਕ ਦੀ ਅਗਲੀਆਂ ਚੋਣਾਂ ਦੀ ਤਿਆਰੀ ਤਾਂ ਨਹੀਂ ਹੋ ਰਹੀ? ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਕੀ ਹੋ ਰਿਹਾ। ਐਡੀ ਕਾਹਲੀ ਕੀ ਸੀ? ਅਜੇ ਉਹ ਗੁਰੂਗ੍ਰਾਮ ਪਹੁੰਚਿਆ ਹੀ ਆ ਤੇ ਐ ਉੜਦੀ ਹਨੀਪ੍ਰੀਤ ਉੱਥੇ ਜਾ ਪਹੁੰਚੀ ਆ। ਪਹਿਲਾਂ ਵੀ ਜਿੱਦਣ ਇਹਨੂੰ ਪੰਚਕੂਲਾ ਦੇ ਵਿੱਚੋਂ ਅਦਾਲਤ ਨੇ ਆਖਿਆ ਕਿ ਇਹਨੂੰ ਗ੍ਰਿਫਤਾਰ ਕਰ ਲਓ, ਇਹ ਦੋਸ਼ੀ ਐਲਾਨਿਆ ਜਾਂਦਾ, जी। ਸਜ਼ਾ ਬਾਅਦ 'ਚ ਸੁਣਾਵਾਂਗੇ, ਤੇ ਉੱਥੇ ਖੂਨ ਖਰਾਬਾ ਸ਼ੁਰੂ ਹੋ ਗਿਆ। ਪੰਚਕੂਲੇ 'ਚ ਇੱਕੋ ਰਾਤ 'ਚ 29 ਬੰਦੇ ਮਰ ਗਏ ਤੇ ਸਿਰਸੇ 'ਚ 12-13 ਹੋਰ ਮਰ ਗਏ। ਉਸ ਵਕਤ ਇਹਨੂੰ ਫਿਰ ਪੁਲਿਸ ਤੋਂ ਛਡਾਉਣ ਦਾ ਯਤਨ ਕੀਤਾ ਗਿਆ। ਫਿਰ ਵੀ ਕਿਉਂਕਿ ਪ੍ਰਬੰਧ ਤਗੜੇ ਸੀ ਅਦਾਲਤ ਦੇ, ਇਹਨੂੰ ਚੱਕ ਕੇ ਲੈ ਗਏ ਆਰਮੀ ਹੈੱਡਕੁਆਟਰ ਦੇ ਵਿੱਚੋਂ ਹੈਲੀਕਾਪਟਰ ਤੇ ਚੜ੍ਹਿਆ ਗਿਆ। ਚਲੋ ਇਹ ਪੁਲਿਸ ਦਾ ਕੰਮ ਹੈ, ਆਰਮੀ ਹੈੱਡਕੁਆਟਰ ਜਾ ਕੇ ਵਰਤ ਸਕਦੀ ਹੈ, ਉਹਨਾਂ ਨੂੰ ਕਹਿ ਕੇ ਰਿਕੁਐਸਟ ਕਰਕੇ
ਜੀ ਪਰ ਅੱਜ ਤੱਕ ਕਦੇ ਕਿਸੇ ਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਕੈਦੀ ਸੀ, ਪੁਲਿਸ ਦੇ ਨਾਲ ਗਈ ਸੀ। ਹਨੀਪ੍ਰੀਤ ਉਸ ਆਰਮੀ ਹੈੱਡਕੁਆਟਰ ਦੇ ਵਿੱਚ ਕਿਹੜੀ ਅਥਾਰਟੀ ਨਾਲ ਗਈ ਸੀ ਤੇ ਉਸ ਹੈਲੀਕਾਪਟਰ ਦੇ ਉੱਤੇ ਚੜ੍ਹ ਕੇ ਕਿੱਦਾਂ ਗਈ ਸੀ, ਤੇ ਜਿਵੇਂ ਉਹਨੂੰ ਕੋਈ ਲੱਥੀ ਜਿਹੜੀ ਕੋਈ ਫਰਕ ਹੀ ਨਹੀਂ ਹੁੰਦਾ, ਹੈਲੀਕਾਪਟਰ ਦੇ ਵਿੱਚ ਚਾਕਲੇਟ ਖਾਂਦੀ ਜਾਂਦੀ ਸੀ। ਉਹ ਸਾਰੀਆਂ ਫੋਟੋ ਸਨ। ਇਹ ਹਨੀਪ੍ਰੀਤ ਐਡੀ ਸੁਪਰ ਪਾਵਰ ਕਿਉਂ ਹੋ ਗਈ? ਇਹ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਹੁਣ ਉਹਦੀ ਨੈਗੇਟਿਵ ਰਿਪੋਰਟ ਆ, ਥੋੜੀ ਦੇਰ ਪਹਿਲਾਂ ਪਤਾ ਲੱਗਾ ਨੈਗੇਟਿਵ ਰਿਪੋਰਟ ਆ ਗਈ ਹੈ ਜੀ। ਭੜਕ ਨੂੰ ਕੋਈ ਹੋਰ ਰਿਪੋਰਟ ਇਦਾਂ ਦੀ ਬਣਾ ਕੇ ਫਿਰ ਉਹਨੂੰ ਬਾਹਰ ਕੱਢਿਆ ਜਾਵੇਗਾ। ਇਹ ਆਨੇ ਬਹਾਨੇ ਜਿਸ ਤਰ੍ਹਾਂ ਬਾਰ-ਬਾਰ ਉਹਨੂੰ ਬਾਹਰ ਕੱਢਿਆ ਜਾ ਰਿਹਾ। ਰੌਲਾ ਪੈਂਦਾ ਕਿ ਹਰਿਆਣੇ ਦੀ ਸਰਕਾਰ ਚੋਂ ਇੱਕ ਮੰਤਰੀ ਜਿਹੜਾ ਮੁੱਖ ਮੰਤਰੀ ਬਣਨ ਵਾਸਤੇ ਕੁਝ ਖੇਡਾਂ ਖੇਡਦਾ ਜੀ। ਉਹਨਾਂ ਖੇਡਾਂ ਦਾ ਰਾਮ ਰਹੀਮ ਨਾਲ ਸੰਬੰਧ ਹੈਗਾ ਕਿ ਨਹੀਂ ਹੈਗਾ, ਪਰ ਕਿਉਂਕਿ ਸਿਰਸਾ ਪੰਜਾਬ ਦੇ ਬਿਲਕੁਲ ਬਾਰਡਰ ਦੇ ਕੰਢੇ ਤੇ ਔਰ ਉਸ ਸਿਰਸੇ ਵਾਲੇ ਦੀਆਂ ਵੋਟਾਂ ਪੰਜਾਬ ਵਿੱਚ ਬਹੁਤ ਹੈ, ਲੋਕ ਇਹ ਸਮਝਦੇ ਆ ਕਿ ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਕੁਝ ਨਾ ਕੁਝ ਭੰਨ ਘੜ ਹੁੰਦੀ ਫਿਰਦੀ ਹੈ ਜੀ, ਜਿਹੜੀ ਚੰਗੀ ਨਹੀਂ। ਪਰ ਸਰ ਇੱਕ ਚੀਜ਼ ਹੋਰ ਸਮਝਾਇਓ, ਚਲੋ ਇੱਥੋਂ ਦਾ ਸਾਫ਼ ਹੁੰਦਾ ਥੋੜਾ ਕਿ ਰਾਜਨੀਤਿਕ ਲੋਕ ਕਿੱਦਾਂ ਦੇ ਬਾਬਿਆਂ ਨੂੰ ਵਰਤਦੇ ਰਹੇ ਤੇ ਵਰਤਣਗੇ ਵੀ। ਇੱਕ ਚੀਜ਼ ਹੋਰ ਦੱਸਿਓ ਕਿ ਪੰਜਾਬ ਦੀਆਂ ਚੋਣਾਂ ਤੇ ਇਸ ਰਿਹਾਈ ਦਾ ਜਾਂ ਬਾਹਰ ਆਉਣ ਦਾ ਅਸਰ ਸਾਫ਼-ਸਾਫ਼ ਪੈ ਸਕਦਾ? ਕਿਉਂ ਨਹੀਂ ਪੈ ਸਕਦਾ? ਜਿਹੜੇ ਵੱਡੇ ਵੱਡੇ ਸਮਾਗਮ ਨੇ ਕੀਤੇ ਪੰਜਾਬ 'ਚ ਕੀਤੇ। ਪਹਿਲਾਂ ਇਹਦੇ ਮਾਲਵੇ ਦੇ ਵਿੱਚ ਬਹੁਤ ਵੱਡਾ ਆਧਾਰ ਸੀ, ਬਹੁਤ ਵੱਡੇ ਇਹਦੇ ਪੈਰੋਕਾਰ ਸਨ ਜੀ, ਪ੍ਰੇਮੀ ਸਨ। ਹੁਣ ਆ ਪਿਛਲੇ 6-7 ਸਾਲਾਂ ਦੇ ਅੰਦਰ 2007 ਤੋਂ ਬਾਅਦ ਜੀ, ਸਮਝ ਲਓ 14 ਸਾਲਾਂ ਦੇ ਅੰਦਰ ਉਹਦੇ ਡੇਰਿਆਂ ਦੀ ਗਿਣਤੀ ਮਾਝੇ ਵਿੱਚ ਵੀ ਵਧੀ ਆ, ਦੁਆਬੇ 'ਚ ਵੀ, ਮਾਲਵੇ 'ਚੋਂ ਪਹਿਲੇ 'ਚ ਹੈਗਾ ਸੀ। ਐਡੀ ਦੂਰ ਤੱਕ ਉਹ ਪਹੁੰਚ ਗਿਆ। ਉਹਦੇ ਜਿਹੜੇ ਪੈਰੋਕਾਰ ਵੱਧਦੇ ਜਾਂਦੇ ਨੇ, ਉਹ ਜਿਸ ਢੰਗ ਨਾਲ ਵੱਧ ਰਿਹਾ, ਲੱਗਦਾ ਇਹ ਆ ਕਿ ਸਿਆਸਤ ਦਾ ਇੱਕ ਹਿੱਸਾ ਕੋਈ ਗੰਦੀ ਖੇਡ ਖੇਡਣ ਵਾਸਤੇ ਇਸ ਕੰਮ 'ਚ ਮਦਦ ਕਰ ਰਿਹਾ। ਉਹ ਕੌਣ ਆ ਜਿਹਦਾ ਲੋਕਾਂ ਨੂੰ ਪਤਾ ਨਹੀਂ ਲੱਗਦਾ ਪਿਆ? ਸਿਹਤ ਮੰਤਰੀ ਦੇ ਕੋਠੀ ਦੇ ਬਾਹਰ ਅਕਾਲੀ ਦਲ ਵੱਲੋਂ ਧਰਨਾ ਲਗਾ ਦਿੱਤਾ ਗਿਆ ਹੈ। ਇਹ ਕੀ ਲੋੜ ਪੈ ਗਈ ਅਕਾਲੀ ਦਲ ਨੂੰ, ਕਿਉਂਕਿ ਕਰੋਨਾ ਕਰਕੇ ਤਾਂ ਕੰਮ ਸਾਰੇ ਰੁਕਿਆ ਪਿਆ ਸੀ? ਸਿਹਤ ਮੰਤਰੀ ਇਸ ਉਲਝਣ 'ਚ ਬੜੀ ਬੁਰੀ ਤਰ੍ਹਾਂ ਫਸਿਆ ਪਿਆ ਜੀ। ਦਵਾਈ ਆਈ 400 ਰੁਪਏ ਦੇ ਕਰੀਬ ਪਰ ਯੂਨਿਟ, ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿੱਤੀ ਗਈ 1060 ਦੇ ਲਾਗੇ ਛਾਗੇ ਜਿਹੜੀ MRP ਲਿਖੀ ਸੀ, ਮੈਕਸਿਮਮ ਰਿਟੇਲ ਪ੍ਰਾਈਸ ਜੀ, ਤੇ ਅੱਗੋਂ ਹਸਪਤਾਲ ਨੇ 1600 ਰੁਪਏ ਨੂੰ ਲਾਉਣੀ ਸ਼ੁਰੂ ਕਰਤੀ। ਪੰਜਾਬ ਸਰਕਾਰ ਇਸ ਗੱਲ ਦੇ ਉੱਤੇ ਤੇ ਜਾ ਕੇ ਤਸੱਲੀ ਕਰਾ ਦੇਵੇਗੀ ਕਿ ਅਸੀਂ ਤਾਂ MRP ਜਿਹੜੀ ਦਿੱਤੀ ਉਹ ਤੋਂ ਵੱਧ ਦੇ ਉੱਤੇ ਤਾਂ ਇਹ ਵੇਚੀ ਨਹੀਂ ਜੀ। ਪਰ ਜਿਹੜੀ ਅਗਲੀ ਗੱਲ ਹੈ ਕਿ ਇਹਦੇ ਤੋਂ ਉੱਪਰ ਜਿਹੜਾ 400-500 ਰੁਪਇਆ ਪਰ ਹੈਡ ਗਰਾਇਆ ਜਾ ਰਿਹਾ ਸੀ, ਜੇ 400 ਰੁਪਇਆ ਪਰ ਹੈਡ ਗਰਾਇਆ ਜਾਵੇ ਤੇ 100 ਬੰਦੇ ਹੋਣ 40,000 ਬਣਦਾ, ਤੇ 1000 ਹੋਣ ਤੇ 4 ਲੱਖ ਬਣਦਾ। ਤੇ ਜੇ 1 ਕਰੋੜ ਬੰਦਿਆਂ ਨੂੰ ਉਹ ਵੈਕਸੀਨ ਲੱਗ ਜਾਵੇ, 1 ਲੱਖ ਬੰਦਿਆਂ ਨੂੰ ਲੱਗ ਜਾਵੇ, ਤੇ ਫਿਰ ਉਹ 4 ਕਰੋੜ ਬਣ ਜਾਂਦਾ, ਤੇ ਇੱਥੇ ਕਿੰਨੇ ਲੱਖ ਨੂੰ ਲੱਗਣੇ ਸੀ? ਇਹਦੇ ਪਿੱਛੇ ਕੋਈ ਗੜਬੜ ਹੈ। ਨਾ ਇਹ ਲਿਆ ਜਾ ਰਿਹਾ ਕਿ ਇੱਕ ਬਹੁਤ ਵੱਡਾ ਅਫਸਰ ਜਿਹੜਾ ਰਿਟਾਇਰ ਹੋਇਆ, ਜਿਹੜਾ ਪੰਜਾਬ ਸਰਕਾਰ ਨੂੰ ਇਹਨਾਂ ਕੋਵਿਡ ਦੇ ਮਾਮਲਿਆਂ 'ਚ ਕਿਸੇ ਨਾ ਕਿਸੇ ਢੰਗ ਨਾਲ ਆਸੇ-ਪਾਸੇ ਤੋਂ ਮਦਦਗਾਰ ਆ ਜੀ। ਇਹ ਖੇਡ ਦੇ ਵਿੱਚ ਕੁਝ ਇਦਾਂ ਦੇ ਨਾਂ ਆਉਂਦੇ ਪਏ ਨੇ, ਉਹ ਕੌਣ ਨੇ ਸਾਨੂੰ ਤਾਂ ਪਤਾ ਨਹੀਂ। ਇਹ ਸਰਕਾਰਾਂ ਦੱਸਣ। ਜਦੋਂ ਪਹਿਲਾ ਦੋਸ਼ ਲੱਗਾ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਬਿਆਨ ਆਇਆ ਕਿ ਇਦਾਂ ਦੀ ਗੱਲ ਹੀ ਕੋਈ ਨਹੀਂ। ਦੂਜੀ ਵਾਰੀ ਦੋਸ਼ ਲੱਗਾ, ਸੁਖਬੀਰ ਸਿੰਘ ਬਾਦਲ ਨੇ ਲਾਇਆ, ਕਹਿੰਦਾ ਅਸੀਂ ਜਾਂਚ ਕਰਾ ਲੈਂਦੇ, ਜਾਂਚ ਵਿੱਚ ਕੁਛ ਨਹੀਂ ਨਿਕਲੇਗਾ। ਤੀਜੀ ਵਾਰੀ ਦੋਸ਼ ਲੱਗਾ, ਕਹਿੰਦਾ ਅਸੀਂ ਤਾਂ ਦਵਾਈ ਵਾਪਸ ਵੀ ਲੈ ਲਈ ਆ। ਜੇ ਗਲਤ ਕੰਮ ਨਹੀਂ ਤੁਸੀਂ ਵਾਪਸ ਕਿਉਂ ਲੈ ਲਈ ਜੀ? ਉਹਦੇ ਤੋਂ ਬਾਅਦ ਸਿਹਤ ਮੰਤਰੀ ਅਜੇ ਤੱਕ ਕਿਸੇ ਕਿਸਮ ਦਾ ਜਵਾਬ ਨਹੀਂ ਦੇ ਸਕਿਆ। ਮਾਫ ਕਰਨਾ, ਸਿਹਤ ਮੰਤਰੀ ਦੇ ਖਿਲਾਫ ਪਹਿਲਾਂ ਵੀ ਮੋਹਾਲੀ ਦੀ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਦਾ ਕਰਕੇ ਕਾਫੀ ਰੌਲਾ ਪੈ ਰਿਹਾ। ਹੁਣ ਕਿਤੇ ਇਹ ਨਾ ਹੋਵੇ ਕਿ ਅੱਗੇ 3-4 ਮੰਤਰੀਆਂ ਦਾ ਰੌਲਾ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਇਸ ਸਰਕਾਰ ਵਾਸਤੇ ਬੜਾ ਘਾਟੇ ਬੰਦਾ ਸਮਝਿਆ ਜਾ ਰਿਹਾ ਜੀ, ਤੇ ਜੇ ਉਸੇ ਕਿਸਮ ਦਾ ਰੌਲਾ ਇਹਦੇ ਵਾਸਤੇ ਪੈਣਾ ਸ਼ੁਰੂ ਹੋ ਗਿਆ ਫਿਰ ਕੀ ਬਣੇਗਾ? ਆਖਿਰਕਾਰ ਕੁਝ ਨਾ ਕੁਝ ਗੜਬੜ ਤਾਂ ਇੱਥੇ ਹੈ ਹੀ ਹੈ। ਜੇ ਇੰਨੀ ਗੜਬੜ ਨਾ ਹੋਵੇ ਤੇ ਮਾਮਲਾ ਇੰਨਾ ਵਧਣਾ ਕਿਉਂ ਸੀ? ਅੱਜ ਸੁਖਬੀਰ ਸਿੰਘ ਬਾਦਲ ਨੇ ਉੱਥੇ ਜਾ ਕੇ ਧਰਨਾ ਲਾਤਾ, ਭਲਕ ਨੂੰ ਕੋਈ ਹੋਰ ਵੀ ਲਾਵੇਗਾ। ਇਹ ਧਰਨਿਆਂ ਦਾ ਚੱਕਰ ਚਲਾਉਣ ਤੋਂ ਪਹਿਲਾਂ, ਇਹ ਚੱਕਰ ਚੱਲਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਕੁਝ ਨਾ ਕੁਝ ਖੋਲ੍ਹ ਕੇ ਲੋਕਾਂ ਸਾਹਮਣੇ ਰੱਖ ਦਿੰਦੀ ਕਿ ਆਹ ਹੋਇਆ, ਇਹ 'ਚ ਇੰਨੀ ਗਲਤੀ ਹੈ, ਇੰਨਾ ਠੀਕ ਆ, ਆਹ ਪੱਖ ਆ, ਧਰਨਿਆਂ ਦੀ ਨੌਬਤ ਨਾ ਆਉਂਦੀ। ਤੇ ਜੇ ਇਹ ਸਾਰਾ ਕੁਝ ਗਣਮਿਤ ਕੇ ਖੇਡ ਖੇਡੀ ਗਈ ਸੀ ਤੇ ਜਿਹਨੇ ਖੇਡੀ ਉਹਦੇ ਖਿਲਾਫ ਕਾਰਵਾਈ ਕਰ ਦਿਓ, ਨਹੀਂ ਤਾਂ ਚੋਣਾਂ ਸਿਰ ਤੇ ਨੇ, ਕੱਲ੍ਹ ਨੂੰ ਲੋਕ ਕਾਰਵਾਈ ਕਰਨਗੇ। ਜ਼ਰੂਰੀ ਹੈ ਲੋਕਾਂ ਤੋਂ ਕਾਰਵਾਈ ਕਰਾਉਣੀ?
ਪਹਿਲਾਂ ਆਪ ਕਰ ਲਓ। ਪਰ ਸਾਹਿਬ ਇੱਕ ਚੀਜ਼ ਹੋ ਰਿਹਾ ਹੈ, ਸਾਰਾ ਕੁਝ ਗਿਆ ਖਜ਼ਾਨੇ ਵਿੱਚ ਹੀ ਹੈ, ਕਿਉਂਕਿ ਖਜ਼ਾਨਾ ਤਾਂ ਖਾਲੀ ਰਹਿੰਦਾ, ਉਹਨੂੰ ਭਰਨ ਦੀਆਂ ਤਿਆਰੀਆਂ ਵੀ ਸਮੇਂ-ਸਮੇਂ ਤੇ ਕਰਦੇ ਜਿਹੜਾ ਰਹਿੰਦੇ ਖਜ਼ਾਨੇ ਦੇ ਵਿੱਚ ਗਿਆ ਨਾ, ਉਹ ਸਿਰਫ ਉਹ ਆ ਕਿ 400 ਰੁਪਏ ਦੀ ਵੈਕਸੀਨ ਲਿਆਂਦੀ ਤੇ 1000 ਤੋਂ ਵੱਧ ਦੀ ਵੇਚੀ, ਜੀ, ਜਿਹੜੀ ਅਗਲੇ ਪਾਸੇ ਖੁੱਲ੍ਹ ਦਿੱਤੀ ਹੈ ਉਹਦੀ ਕਿ ਅਸੀਂ ਸਰਕਾਰੀ ਤੌਰ ਤੇ ਇਹਨੂੰ ਵਰਤਦੇ ਨਹੀਂ, ਸਾਰੀ ਤੁਹਾਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਦੇ ਦਿੰਦੇ ਆ। ਤੁਸੀਂ ਇੱਕ ਵੈਕਸੀਨ ਦੇ ਵਿੱਚੋਂ ਜੇ 450 ਰੁਪਏ ਬਚਾਉਣਾ ਹੋਵੇ, 1 ਕਰੋੜਾਂ ਰੁਪਇਆ ਜਿਹੜਾ 30-40 ਕਰੋੜ ਰੁਪਇਆ ਬਣ ਜਾਣਾ, ਪਤਾ ਨਹੀਂ ਕਿੰਨਾ ਬਣ ਜਾਣਾ ਜੀ। ਉਹਦੀ ਵੰਡ ਵਰਤ ਦਾ ਸਵਾਲ ਹੈ, ਉਹ ਕਿੱਦਾਂ ਦਾ ਸੌਦਾ ਹੋਇਆ, ਕੀ ਹੋਇਆ, ਕਿਹਦੇ ਨਾਲ ਹੋਇਆ, ਰੌਲਾ ਬਹੁਤ ਪੈ ਰਿਹਾ, ਕਿਉਂ ਹੋਇਆ, ਹੈ ਵੀ ਹੈ ਕਿ ਨਹੀਂ, ਕੋਈ ਗੱਲ ਤਾਂ ਸਾਹਮਣੇ ਹੋਣੀ ਚਾਹੀਦੀ ਜੀ। ਇਹਨਾਂ ਨੇ ਢੱਕਣ ਦਾ ਯਤਨ ਕੀਤਾ, ਉਹ ਢੱਕਣ ਦਾ ਯਤਨ ਮਹਿੰਗਾ ਪੈ ਗਿਆ ਕਿਉਂਕਿ ਉਹਦੇ ਅੰਦਰਲੀ ਹਵਾੜ ਇੰਨੀ ਜ਼ਿਆਦਾ ਕਿ ਉਹਨੇ ਢੱਕਣ ਚੁੱਕ ਕੇ ਪਰੇ ਮਾਰਿਆ। ਜੀ, ਹਰਿਆਣਾ ਨੇ ਜ਼ਮੀਨ ਅਕਵਾਇਰ ਕੀਤੀ ਹੈ ਰੇਲਵੇ ਵਾਲਿਆਂ ਨੇ, 70-80 ਗਜ ਹੈ, ਪਰ ਕਰੋੜਾਂ ਦਾ ਘੁਟਾਲਾ ਹੋ ਗਿਆ। ਇਹ ਕੀ ਕਹਾਣੀ ਪੂਰੀ? ਦੇਖੋ, ਜਿਹੜਾ ਮਾਲ ਮਹਿਕਮਾ, ਜੀ, ਲੋਕੀ ਇਹ 'ਚ ਪਟਵਾਰੀਆਂ ਨੂੰ ਤੇ ਤਹਿਸੀਲਦਾਰਾਂ ਨੂੰ ਭੰਡਦੇ ਆ। ਮੈਂ ਪਟਵਾਰੀਆਂ ਵਿੱਚ ਇੱਕ ਤੋਂ ਇੱਕ ਇਮਾਨਦਾਰ ਪਟਵਾਰੀ ਵੀ ਵੇਖਿਆ, ਇੱਕ ਤੋਂ ਇੱਕ ਕਰਪਟ ਵੀ ਵੇਖਿਆ। ਜੀ, ਤਹਿਸੀਲਦਾਰ ਵੀ ਸਾਰੇ ਬੇਈਮਾਨ ਨਹੀਂ, ਪਰ ਵੱਡੀ ਗਿਣਤੀ ਉਹਨਾਂ ਦੇ ਵਿੱਚ ਬੇਈਮਾਨਾਂ ਦੀ ਹੈਗੀ ਆ। ਜੀ, ਅਜੇ ਹੁਣੇ ਹੀ ਮੋਹਾਲੀ ਲਾਗੇ ਕਿੰਨਾ ਵੱਡਾ ਸਕੈਂਡਲ ਫੜਿਆ ਗਿਆ, ਤਹਿਸੀਲਦਾਰ ਵੀ ਅੰਦਰ ਹੈ। ਜੀ। ਅੱਛਾ, ਹੁਣ ਇਹ ਜਿਹੜਾ ਹਰਿਆਣੇ ਦਾ ਘੁਟਾਲਾ, ਇਹਦੇ ਵਿੱਚ ਵੀ ਕਾਰਸਤਾਨੀ ਬਹੁਤੀ ਮਾਲ ਮਹਿਕਮੇ ਵਾਲਿਆਂ ਨੇ ਕੀਤੀ ਹੈ। ਇੱਕ ਪਟਵਾਰੀ ਤੋਂ ਗੱਲ ਸ਼ੁਰੂ ਹੋਈ, 3 SDM 'ਚ ਫਸਦੇ ਪਏ ਨੇ, 3 ਤਹਿਸੀਲਦਾਰ ਫਸਦੇ ਪਏ ਨੇ, 150 ਦੇ ਕਰੀਬ ਲੋਕ ਦੂਜੇ ਫਸਦੇ ਪਏ ਨੇ, ਤੇ ਜ਼ਮੀਨ ਕਿੰਨੀ ਆ? 78 ਗਜ। 7800 ਵੀ ਨਹੀਂ, ਸਿਰਫ 78, 80 ਗਜ ਵੀ ਨਹੀਂ ਬਣਦੀ ਪਈ। ਗੱਲ ਕੀ ਹੈ ਕਿ ਹਰਿਆਣੇ ਦੇ ਵਿੱਚੋਂ ਇੱਕ ਫਰੇਟ ਕਾਰੀਡੋਰ ਬਣਨਾ ਸੀ ਰੇਲਵੇ ਦਾ, ਉੱਥੇ ਸਕੀਮ ਆ ਗਈ ਕਿ ਇੱਥੋਂ ਰੇਲ ਜੋ ਲੰਘੇਗੀ, ਜਿਨ੍ਹਾਂ ਦੀ ਜ਼ਮੀਨ ਲੈਣੀ ਆ ਉਹਨਾਂ ਨੂੰ 5.5 ਲੱਖ ਰੁਪਈਆ ਮੁਆਵਜ਼ਾ ਦਿੱਤਾ ਜਾਊ ਤੇ ਨਾਲ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਊ। ਜੀ, ਪਟਵਾਰੀ ਨੇ ਚੁਸਤੀ ਕੀਤੀ, ਉਹ 78 ਗਜ ਜ਼ਮੀਨ ਜਿਹੜੀ ਸੀ ਰਾਤੋਂ ਰਾਤ ਖਰੀਦ ਲਈ। ਫਿਰ ਅਗਲੇ ਪਾਸੇ ਉਹਦੀਆਂ ਬੁਰਕੀਆਂ ਪਾਉਣੀਆਂ ਸ਼ੁਰੂ ਕਰਤੀਆਂ, ਜਿਹੜਾ 70,000 ਰੁਪਈਆ ਲਿਆਵੇ ਉਹਦੇ ਵਿੱਚੋਂ 1 ਗਜ ਉਹਦੇ ਨਾਲ, ਅੱਧਾ ਗਜ ਉਹਦੇ ਨਾਲ, 2 ਗਜ ਉਹਦੇ ਨਾਲ ਲਾ ਕੇ ਘਰ ਦੇ 5 ਜੀ ਮਾਲਕ ਬਣਾਤੇ, 5 ਅੱਡੋ-ਅੱਡ ਪਰਿਵਾਰ ਰਹੇ ਉੱਤੇ। 78 ਗਜਾਂ ਦੇ ਉੱਤੇ 150 ਮਾਲਕ ਬਣਾਤੇ। ਇਹਦਾ ਮਤਲਬ ਕਿ ਅੱਧੇ ਗਜ ਦੇ ਮਾਲਕ ਬਣਾਏ। ਜੀ, ਅੱਧਾ ਗਜ ਕੀ ਹੁੰਦਾ, 1.5 ਫੁੱਟ ਤਾਂ ਉਹਨੇ ਦੇ ਮਾਲਕ ਬਣਾਤੇ। ਤੇ ਇਹਨਾਂ ਸਾਰਿਆਂ ਦਾ ਕਲੇਮ ਬਣਾ ਕੇ ਭੇਜਤਾ ਕਿ ਇਹਨਾਂ 150 ਪਰਿਵਾਰ ਜਿਹੜੇ, ਇਹਨਾਂ ਨੂੰ ਇੱਕ ਨੌਕਰੀ ਰੇਲਵੇ 'ਚ ਦਿੱਤੀ ਜਾਵੇ ਤੇ ਨਾਲ ਇਹਨਾਂ ਸਾਰਿਆਂ ਨੂੰ 5.5 ਲੱਖ ਰੁਪਇਆ ਦਿੱਤਾ ਜਾਵੇ। ਰੂਟੀਨ ਵਿੱਚ ਪਾਸ ਹੋ ਜਾਣਾ ਸੀ, ਤਹਿਸੀਲਦਾਰ ਨੇ ਪਾਸ ਕਰਤਾ, SDM ਨੇ ਪਾਸ ਚਲਾ ਕਰਤਾ। ਜਦੋਂ ਰੇਲਵੇ ਕੋਲ ਗਿਆ ਤੇ ਉਹ 7-8 ਕਰੋੜ ਰੁਪਈਆ ਬਣਿਆ, ਤੇ ਉੱਥੇ ਬੈਠੇ ਇੱਕ ਅਫਸਰ ਨੇ ਆਖਿਆ ਕਿ ਇਹ 78 ਗਜ ਜ਼ਮੀਨ ਦਾ 7.5 ਕਰੋੜ ਰੁਪਈਆ ਕਿੱਦਾਂ ਬਣ ਗਿਆ, ਇਹਦੀ ਪੜਤਾਲ ਕਰਾਓ। ਤੇ ਪੜਤਾਲ 'ਚ ਸਾਰੀ ਕਹਾਣੀ ਖੁੱਲ੍ਹ ਗਈ। ਜੀ, ਅੱਗੇ ਸਾਡੇ ਪੰਜਾਬ 'ਚ ਕੀ ਹੋਇਆ ਸੀ, ਅੱਜ ਜਲੰਧਰੋਂ ਹੁਸ਼ਿਆਰਪੁਰ ਨੂੰ ਜਾਂਦਾ ਜਿਹੜਾ ਹਾਈਵੇ ਬਣਨਾ ਸੀ, ਨੈਸ਼ਨਲ ਹਾਈਵੇ, ਜਿਹੜੀ ਪੁਰਾਣੀ ਸੜਕਾਂ ਨੂੰ ਭੰਨ ਕਰਕੇ ਇੱਧਰ ਉੱਧਰ ਕਰਕੇ ਕੱਢਣਾ ਸੀ, ਜੀ, ਉਹਦੇ ਵਾਸਤੇ ਜ਼ਮੀਨ ਐਕਵਾਇਰ ਕੀਤੀ ਗਈ। ਰਾਤੋਂ ਰਾਤ ਕਰਕੇ 800-900 ਕਰੋੜ ਰੁਪਏ ਦਾ ਬਿੱਲ ਬਣਾਤਾ ਗਿਆ ਕਿ ਇਹ ਜ਼ਮੀਨਾਂ ਦੇ ਮਾਲਕਾਂ ਨੂੰ ਦੇਣਾ। ਤੇ ਦਿੱਲੀ 'ਚ ਰੌਲਾ ਪੈ ਗਿਆ ਕਿ ਇੰਨੇ ਟੋਟੇ ਦੇ ਵਿੱਚ ਐਡਾ ਬਿੱਲ ਕਿੱਥੋਂ। ਉਹਨਾਂ ਆਖਿਆ ਜੀ ਇਹ ਤਾਂ ਬਹੁਤ ਗੜਬੜ ਹੈ, ਇਹਦੀ ਦੁਬਾਰਾ ਪੜਤਾਲ ਕਰੋ। ਤੇ 24 ਘੰਟਿਆਂ ਦੇ ਅੰਦਰ ਅੰਦਰ ਨਵੀਂ ਰਿਪੋਰਟ ਬਣਾ ਕੇ ਭੇਜਤੀ। ਇਹ ਤਾਂ 400 ਕਰੋੜ ਵੀ ਨਹੀਂ ਬਣਦਾ, ਥੱਲੇ ਆ। ਇਹਦੇ ਤੋਂ ਸਾਬਤ ਬਣਦਾ ਹੋ ਗਿਆ ਕਿ ਜਿਹੜਾ 400 ਕਰੋੜ ਤੋਂ ਵੀ ਥੱਲੇ ਸੀ, ਉਹਨੂੰ 850 ਕਰੋੜ ਕਿੱਦਾਂ ਬਣਾਇਆ ਗਿਆ ਸੀ। ਉਹਦੀ ਫਿਰ ਇਨਕੁਆਇਰੀ ਹੋਈ, ਫਿਰ SDM ਫਸਿਆ, ਤਹਿਸੀਲਦਾਰ ਫਸਿਆ, ਅਕਾਲੀ ਲੀਡਰ ਵੀ 2-3 ਫਸੇ, ਇੱਧਰ ਉੱਧਰ ਦੇ ਲੋਕ ਵੀ ਫਸੇ। ਜੀ, ਉਹ ਜਿਹੜਾ ਤਹਿਸੀਲਦਾਰ ਸੀ, SDM ਸੀਗਾ ਜਿਹੜਾ ਫਸਿਆ ਸੀ, ਉਹਨੂੰ ਤਾਂ ਬਚਾਉਣ ਵਾਸਤੇ ਮੌਕੇ ਦੇ ਮਾਲਕਾਂ ਨੇ, ਉਸ ਵਕਤ ਦੇ ਮੁੱਖ ਮੰਤਰੀ ਨੇ ਆਪਣੇ ਹਲਕੇ 'ਚ ਰਿਟਰਨਿੰਗ ਅਫਸਰ ਲਵਾ ਲਿਆ। ਬਾਕੀ ਕਿਹਦਾ ਬਚਾਅ ਹੁੰਦਾ। ਜਿੱਦਾਂ ਇੱਥੇ ਪੰਜਾਬ ਵਿੱਚ ਤੁਸੀਂ ਕਿਸੇ ਇੱਕ ਸੜਕ ਦਾ ਸਾਰਾ ਕੇਸ ਜਿਹੜਾ ਕੱਢ ਕੇ ਫੋੜ ਲਓ, ਤੁਹਾਨੂੰ ਪਤਾ ਲੱਗ ਜਾਏਗਾ। ਹਰ ਇੱਕ ਸੜਕ ਦੇ ਉੱਤੇ ਜਾ ਕੇ ਇਹੋ ਕੱਪੜੇ ਹੋਏ ਨੇ। ਕਿਸੇ ਸੜਕ ਦੇ ਉੱਤੇ 30-40 ਕਰੋੜ ਰੁਪਏ ਦੇ ਰੁੱਖ ਹੀ ਵੱਢੇ ਗਏ ਜੀ, ਤੇ ਉੱਥੇ ਮਸਾਂ 30-40 ਲੱਖ ਯਾਨੀ 1 ਕਰੋੜ ਵੀ ਨਹੀਂ ਲਾਇਆ ਗਿਆ। ਤੇ ਬਾਕੀ ਇੰਨੇ ਕੁ ਲਿਖ ਕੇ ਆਖਿਆ ਜੀ ਬਾਕੀ ਤਾਂ ਇੱਥੇ ਹੈ ਹੀ ਨਹੀਂ, ਕਾਗਜ਼ਾਂ ਵਿੱਚ ਵੀ ਨਹੀਂ ਵਿਖਾਇਆ। ਜੀ, ਜੀ, ਕਿਸੇ ਥਾਂ ਦੇ ਉੱਤੇ। ਔਰ ਜਿਹੜੀਆਂ ਸੜਕਾਂ ਬਣੀਆਂ ਨੇ, ਜਿਨ੍ਹਾਂ ਨੂੰ ਸਾਡੇ ਕੋਈ ਲੀਡਰ ਕਹਿੰਦੇ ਇਹਦੇ ਨਾਲ ਦੀਆਂ ਕਦੇ ਸੜਕਾਂ ਬਣੀਆਂ ਹੀ ਨਹੀਂ। ਜੀ, ਅਸੀਂ ਵਿਦੇਸ਼ਾਂ 'ਚ ਵੇਖੀਆਂ ਸੜਕਾਂ ਇਹਨਾਂ ਨਾਲ ਦੀਆਂ ਨੇ। ਇਹਨਾਂ ਵਾਂਗ ਹੀ 3 ਉੱਧਰ ਤੇ 3 ਉੱਧਰ 6 ਲੇਨ 6 ਲੇਨ ਸੜਕਾਂ ਨੇ, ਪਰ ਉੱਥੇ ਡੈਸ਼ਬੋਰਡ ਦੇ ਉੱਤੇ ਚਾਹ ਦਾ ਕੱਪ ਰੱਖ ਦਿਓ, ਆਪਣਾ ਗੱਡੀ ਤੁਸੀਂ ਚਲਾਉਂਦੇ ਰਹੋ ਤੇ ਚਾਹ ਦਾ ਕੱਪ ਹਿਲਦਾ ਨਹੀਂ, ਡੁੱਲਦਾ ਨਹੀਂ।
ਤੇ ਇੱਥੇ ਸਾਰੀ ਸੜਕ ਐ ਕਰੀ ਜਾਂਦੀ ਐ ਕਰੀ ਜਾਂਦੀ ਹੈ। ਉਹ ਕਿਉਂ ਕਰਦੀ ਹੈ? ਇਸ ਕਰਕੇ ਕਿ ਅੱਧਾ ਮਾਲ ਪਹਿਲਾਂ ਖਾਧਾ ਗਿਆ, ਉਹ ਠੇਕੇਦਾਰਾਂ ਨੇ ਖਾਧਾ, ਜੀ ਕੰਪਨੀਆਂ ਨੇ ਖਾਧਾ, ਤੇ ਮੌਕੇ ਦੇ ਮਾਲਕਾਂ ਨੇ, ਸਿਆਸੀ ਹਾਕਮਾਂ ਨੇ ਖਾਧਾ। ਅੱਜ ਪੜਤਾਲ ਹੋ ਜਾਵੇ ਸਾਰੀ ਹੋ ਜਾਵੇ। ਅਸੀਂ ਵਿਦੇਸ਼ਾਂ 'ਚ ਜਾਂਦੇ ਹਾਂ, ਪੁਲਾਂ ਤੋਂ ਲੰਘਦੇ, ਗੱਡੀ ਲੰਘਦੀ ਪਤਾ ਹੀ ਨਹੀਂ ਲੱਗਦਾ। ਇੱਥੇ ਪੁਲ ਦੇ ਉੱਤੇ ਹਰ ਥਾਂ ਦੇ ਉੱਤੇ ਜਿੱਥੇ ਜੋੜ ਠੱਕ 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 ਗੱਡੀਆਂ ਵੱਜਦੀਆਂ ਨੇ। ਇਹ ਕਿਉਂ ਵੱਜਦੀਆਂ ਨੇ? ਇਹ ਸਾਰਾ ਕੁਝ ਖਾਧਾ ਪੀਤਾ। ਅੱਜ ਜਿੰਨੇ ਫਲਾਈਓਵਰ ਬਣੇ ਨੇ, ਅੱਧੇ ਤੋਂ ਵੱਧ ਫਲਾਈਓਵਰਾਂ ਦੇ ਡਿਜ਼ਾਈਨ ਜਿਹੜੇ ਆ ਉਹ ਇਦਾਂ ਲੱਗਦਾ ਜਿਵੇਂ 8ਵੀਂ ਜਮਾਤ ਦੇ ਬੱਚਿਆਂ ਤੋਂ ਡਰਾਫਟ ਕਰਾਇਆ ਗਿਆ ਜੀ। ਗਲਤ ਬਣੇ ਨੇ। ਉਹ ਇਸ ਕਰਕੇ ਕਿਉਂਕਿ ਮਾਲ ਪਹਿਲਾਂ ਬਣਿਆ ਗਿਆ, ਅਗਲੇ ਪਾਸੇ ਮਾਲ ਨਹੀਂ ਪੂਰਾ ਤਾਂ ਉਹਨੇ ਆਖਿਆ ਜਿਹੋ ਜਿਹਾ ਤੇਰਾ ਅੰਨ ਪਾਣੀ ਹੋ ਜਾ ਕੰਮ ਜਾਣੀ, ਸਾਡੇ ਪੱਲੇ ਕੀ ਪਿਆ, ਖਾਣ ਵਾਲੇ ਤਾਂ ਖਾ ਗਏ ਨੇ। ਇਹ ਜਿਹੜੀ ਗੜਬੜ ਇੱਥੇ ਹੋਈ, ਜਿਹੜੀ ਬਾਕੀ ਥਾਵਾਂ ਤੋਂ ਹੋਈ, ਉਸੇ ਕਿਸਮ ਦੀ ਗੜਬੜ ਹਰਿਆਣੇ 'ਚ ਆ। ਪਰ ਹੈਰਾਨੀ ਆ ਕਿ ਸਿਰਫ 78 ਗਜ ਜ਼ਮੀਨ, 80 ਗਜ ਵੀ ਨਹੀਂ ਬਣਦੇ, ਤੇ ਜਿੰਨੇ ਗਜ ਆ ਉਹਦੇ ਨਾਲੋਂ ਦੁੱਗਣੇ ਜਿਹੜੇ ਉਹ ਮਾਲਕ ਬਣਾਤੇ, ਤੇ ਹੁਣ ਅਫਸਰ ਵੀ ਫਸੇ ਫਿਰਦੇ, ਸਾਰੇ ਫਸੇ ਫਿਰਦੇ ਆ। ਇਦਾਂ ਦਾ ਬੇਸ਼ਰਮੀ ਵਾਲਾ ਸਕੈਂਡਲ ਪਹਿਲਾਂ ਨਹੀਂ ਸੀ ਵੇਖਿਆ। ਪਰ ਸਰ 2 ਪੁਲ ਤਾਂ ਉਹਦਾ ਜਲੰਧਰ ਵਿੱਚ ਇਦਾਂ ਦੇ ਹੈਗੇ ਜਿਹੜੇ ਪੁੱਠੇ ਸਿੱਧੇ ਬਣੇ ਆ। ਉਹ ਇੱਥੇ 2 ਪੁਲ ਨਹੀਂ, ਜਲੰਧਰ ਦੇ 8-9 ਪੁਲ ਨੇ ਜਿਹੜੇ ਪੁੱਠੇ ਸਿੱਧੇ ਬਣੇ ਆ। ਇਹ ਸਾਫ਼ ਹੀ ਦਿਸਦਾ ਕਿ ਇਹ ਡਿਜ਼ਾਈਨ ਕਿਸੇ ਜਿਹੜਾ ਟ੍ਰੇਨਡ ਡਰਾਫਟਸਮੈਨ ਸੀ ਉਹਨੇ ਨਹੀਂ ਬਣਾਏ, ਕਿਸੇ ਇੰਜੀਨੀਅਰ ਨੇ ਨਹੀਂ ਬਣਾਏ। ਇਹ ਤਾਂ 7ਵੀਂ-8ਵੀਂ ਜਮਾਤ ਪੜ੍ਹੇ ਬੱਚਿਆਂ ਤੋਂ ਬਣਵਾਏ ਗਏ ਨੇ। ਸਾਫ਼ ਹੀ ਦਿਸਦੇ, ਕਲੀਅਰ ਕੱਟ। ਕਰਨਾਟਕ ਦੀ ਸਿਆਸਤ ਵਿੱਚ ਵੀ ਬਹੁਤ ਕੁਝ ਹੋ ਰਿਹਾ। ਹੁਣ ਕੁਝ ਕੁ ਭਾਜਪਾ ਦੇ ਮੰਤਰੀ ਆ, ਉਹ ਕਹਿੰਦੇ ਜਿਹੜੇ ਸੀਐਮ ਦੇ ਖਿਲਾਫ ਬੋਲੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਮੈਨੂੰ ਲੱਗਾ ਸਿਰਫ ਪੰਜਾਬ ਵਿੱਚ ਹੀ ਰੌਲਾ ਪੈ ਗਿਆ, ਤਾਂ ਭਾਜਪਾ ਵਿੱਚ ਵੀ ਆ। ਨਾ ਪੰਜਾਬ ਦਾ ਰੌਲਾ ਸਾਨੂੰ ਇਸ ਕਰਕੇ ਲੱਗਦਾ ਕਿਉਂਕਿ ਇਸ ਰੌਲੇ ਦੇ ਕੋਲ ਅਸੀਂ ਬੈਠੇ ਜੀ। ਇੱਥੇ ਤੇ ਦਿਹਾੜੀ ਦੇ ਵਿੱਚ 3 ਬਿਆਨ ਭਾਜਪਾ ਦਾ ਉਹ ਲੀਡਰ ਹੀ ਦੇ ਦਿੰਦਾ ਜਿਹਨੂੰ ਤਾਜੀ ਕੌਮੀ ਪੱਧਰ ਦੀ ਲੀਡਰੀ ਮਿਲੀ ਆ। ਉਹ ਵੀ ਦੇਈ ਜਾਂਦਾ, ਕਹਿੰਦਾ ਪੰਜਾਬ ਦੀ ਸਰਕਾਰ ICU 'ਚ ਆ, ਪੰਜਾਬ ਦੀ ਸਰਕਾਰ ਆਪਸੇ ਕਪੱਤ ਕਰਕੇ ਦਿੱਲੀ 'ਚ ਬੈਠੀ ਆ। ਪਰ ਉਹਨਾਂ ਦੀਆਂ ਆਪਣੀਆਂ ਭਾਜਪਾ ਦੀਆਂ ਸਰਕਾਰਾਂ, ਯੋਗੀ ਆਦਿੱਤਿਆਨਾਥ ਬਾਰੇ ਇੱਕ ਹਫ਼ਤੇ 'ਚ ਚੌਥੀ ਵਾਰੀ ਮਸਲਾ ਉੱਠ ਪਿਆ ਜੀ। ਪਹਿਲਾਂ ਰੌਲਾ ਪਿਆ, ਭਾਜਪਾ ਦੇ ਲੀਡਰ ਗਏ, ਗੱਲਬਾਤ ਕਰਾ ਕੇ ਵਾਪਸ ਆ ਗਏ, ਫਿਰ ਰੌਲਾ ਪਿਆ, ਫਿਰ RSS ਦੇ ਲੀਡਰ ਗਏ। ਕੱਲ ਪਤਾ ਲੱਗਾ ਸੀ ਮਾਮਲਾ ਖਤਮ ਹੋ ਗਿਆ। ਅੱਜ ਫਿਰ ਪਤਾ ਲੱਗਾ ਕਿ ਯੋਗੀ ਆਦਿੱਤਿਆਨਾਥ ਨੂੰ ਬਦਲਣ ਦੀ ਮੰਗ ਦੇ ਉੱਤੇ ਦੂਸਰੀ ਧਿਰ ਵਾਲੇ ਡਟ ਕੇ ਖਲੋ ਗਏ ਆ ਕਿ ਅਸੀਂ ਇਹਨੂੰ ਬਦਲਣਾ ਹੀ ਬਦਲਣਾ। ਉੱਥੇ ਵੀ ਰੌਲਾ ਪਿਆ। ਰੌਲਾ ਸ਼ਿਵਰਾਜ ਚੌਹਾਨ ਦੇ ਖਿਲਾਫ ਵੀ ਪੈਂਦਾ ਪਿਆ। ਹੁਣ ਮਾਮਲਾ ਆ ਗਿਆ ਕਰਨਾਟਕਾ ਵਾਲੇ ਯੇਦੂਰੱਪਾ ਦਾ। ਯੇਦੂਰੱਪਾ ਪਹਿਲਾਂ ਵੀ ਜੇਲ੍ਹ ਜਾ ਚੁੱਕਾ। ਇੱਕ ਵਾਰੀ ਉਦੋਂ ਵੀ ਇੱਥੇ ਕਰਪਸ਼ਨ ਦੇ ਕੇਸ ਬਣੇ ਸੀ, ਔਰ ਲਾਲ ਕ੍ਰਿਸ਼ਨ ਅਡਵਾਨੀ ਉਦੋਂ ਪਾਰਟੀ ਦਾ ਪ੍ਰਧਾਨ ਹੁੰਦਾ ਸੀ, ਤੇ ਉਹਨੇ ਆਖਿਆ ਸੀ ਮੈਨੂੰ ਸ਼ਰਮ ਆਉਂਦੀ ਹੈ ਕਿ ਯੇਦੂਰੱਪਾ ਨੇ ਜੋ ਕੁਝ ਕੀਤਾ, ਮੈਂ ਸਾਰੇ ਦੇਸ਼ ਵਿੱਚ ਰੱਥ ਯਾਤਰਾ ਕੱਢੀ ਹੈ, ਪਰ ਮੈਂ ਕਰਨਾਟਕਾ 'ਚ ਇਸ ਕਰਕੇ ਨਹੀਂ ਜਾ ਸਕਿਆ ਕਿਉਂਕਿ ਸਾਡੇ ਭਾਜਪਾ ਦੇ ਮੁੱਖ ਮੰਤਰੀ ਨੇ ਮੈਨੂੰ ਜਾਣ ਜੋਗਾ ਨਹੀਂ ਛੱਡਿਆ ਜੀ। ਉਹਨੂੰ ਮੋਦੀ ਸਾਹਿਬ ਨੇ ਲਿਆ ਕੇ ਫਿਰ ਮੁੱਖ ਮੰਤਰੀ ਬਣਾਤਾ। ਹੁਣ ਫਿਰ ਇੱਕ ਪਾਸਿਓਂ ਤਾਂ ਭਾਜਪਾ ਦਾ ਇੱਕ ਪੂਰਾ ਗਰੁੱਪ ਹੈ ਜਿਹੜਾ ਦਿੱਲੀ ਆ ਕੇ ਜ਼ੋਰ ਲਾ ਰਿਹਾ ਕਿ ਯੇਦੂਰੱਪਾ ਨੂੰ ਕੱਢ ਦਿਓ, ਨਹੀਂ ਤਾਂ ਪਾਰਟੀ ਦਾ ਉੱਥੇ ਸੱਤਿਆਨਾਸ਼ ਕਰ ਦੂ। ਦੂਸਰੇ ਪਾਸਿਓਂ ਭਾਜਪਾ ਦਾ ਇੱਕ ਗਰੁੱਪ ਉਹ ਲਗਾਤਾਰ ਲੋਕਾਂ ਤੋਂ ਦਸਤਖਤ ਕਰਾ ਰਿਹਾ। ਅੱਜ ਪਤਾ ਲੱਗਾ ਸ਼ਾਇਦ 46 ਲੋਕ ਨੇ ਜਿਨ੍ਹਾਂ ਨੇ ਦਸਤਖਤ ਕਰ ਦਿੱਤੇ ਆ ਵਿਧਾਇਕਾਂ ਨੇ ਕਿ ਅਸੀਂ ਯੇਦੂਰੱਪਾ ਦੇ ਨਾਲ ਆ, ਬਦਲਣਾ ਨਹੀਂ ਚਾਹੀਦਾ, ਤੇ ਬਾਕੀਆਂ ਨੇ ਨਹੀਂ ਕੀਤੇ। ਇਹ 46 ਦੇ ਵਿੱਚੋਂ ਕਿੰਨੇ ਆ ਜਿਨ੍ਹਾਂ ਤੋਂ ਤੁਸੀਂ ਦਬਕਾ ਮਾਰ ਕੇ ਦਸਤਖਤ ਕਰਾਏ ਜੀ? ਸਾਰਿਆਂ ਨੇ ਮਰਜ਼ੀ ਨਾਲ ਤਾਂ ਨਹੀਂ ਕੀਤੇ ਹੋਣਗੇ। ਜੇ ਉਹਨਾਂ ਨੇ ਇੱਥੇ ਕਹਿਤਾ ਕਿ ਅਸੀਂ ਮਰਜ਼ੀ ਨਾਲ ਦਸਤਖਤ ਕੀਤੇ, ਉੱਥੇ ਜਾ ਕੇ ਕਹਿਤਾ ਸਾਡੇ ਤੋਂ ਦਬਕੇ ਨਾ ਕਰਾਏ, ਫਿਰ ਕੀ ਬਣੂ? ਯੇਦੂਰੱਪਾ ਨੂੰ ਬਚਾਉਣ ਵਾਸਤੇ ਕੇਂਦਰ ਦੀ ਸਰਕਾਰ 'ਚੋਂ 2-3 ਜਣੇ ਪੂਰਾ ਜ਼ੋਰ ਲਾ ਰਹੇ ਆ, ਤੇ ਯੇਦੂਰੱਪਾ ਨੂੰ ਉਲਟਾਉਣ ਵਾਸਤੇ ਵੀ ਕੇਂਦਰ ਵਿੱਚੋਂ 2-3 ਜਣੇ ਪੂਰਾ ਜ਼ੋਰ ਲਾ ਰਹੇ ਆ। ਜਿਹੜਾ ਕਿਸੇ ਵਕਤ ਵਾਜਪਾਈ ਤੇ ਅਡਵਾਨੀ ਦਾ ਆਪਸੀ ਯੁੱਧ ਹੁੰਦਾ ਸੀ ਜੀ, ਉਹ ਹੁਣ ਨਵੇਂ ਰੂਪ ਦੇ ਵਿੱਚ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਟੀਮ ਦੇ ਖਿਲਾਫ ਭਾਜਪਾ ਦੇ ਅੰਦਰੇ ਅੰਦਰ ਇਸ ਢੰਗ ਨਾਲ ਉੱਭਰਦਾ ਪਿਆ ਕਿ ਅਜੇ ਜਦ ਤੱਕ ਪੂਰਾ ਬਾਹਰ ਨਾ ਆ ਗਿਆ ਲੋਕਾਂ ਮੰਨਣਾ ਨਹੀਂ, ਤੇ ਬਾਹਰ ਕਦੋਂ ਆਊ ਤੇ ਕਿਹੜੇ ਰੂਪ ਵਿੱਚ ਆਊ, ਇਹ 'ਚ ਬਹੁਤਾ ਸਮਾਂ ਨਹੀਂ ਲੱਗਣਾ ਜੀ। ਲੱਗਦਾ ਇਹ ਹੈ ਕਿ ਛੇਤੀ ਥੋੜ੍ਹੇ ਦਿਨਾਂ 'ਚ ਕੁਝ ਨਾ ਕੁਝ 1-2 ਸੂਬਿਆਂ 'ਚ ਪਟਾਕਾ ਪਊ, ਤੇ ਜੇ ਪੈ ਗਿਆ ਤੇ ਜਿਵੇਂ ਤਾਸ਼ ਦੇ ਪੱਤਿਆਂ ਦੀ ਬਿਲਡਿੰਗ ਬਣਾ ਕੇ ਬੱਚਿਆਂ ਖੜੀ ਕੀਤੀ ਹੁੰਦੀ, ਇੱਕ ਪਤਾ ਖਿਸ ਗਿਆ ਸਾਰੇ ਹੋ ਜਾਣੇ ਜੀ। ਪਰ ਸਰ ਕਰੋਨਾ ਵਾਇਰਸ ਦੇ ਕੇਸ ਘਟਦੇ ਪਏ ਆ, ਬਹੁਤ ਚੰਗੀ ਗੱਲ ਹੈ, ਘਟਨੇ ਵੀ ਚਾਹੀਦੇ ਕਿਉਂਕਿ ਜਿਸ ਤਰ੍ਹਾਂ ਬਿਮਾਰੀ ਸਿਖਰ ਤੇ ਪਹੁੰਚ ਗਈ ਸੀ। ਪਰ ਦੂਸਰੇ ਪਾਸੇ ਜਿਹੜੀ ਨਵੀਂ ਚਿੰਤਾ ਉਹ ਹੈ ਬਲੈਕ ਫੰਗਸ। ਬਲੈਕ ਫੰਗਸ ਦੇ ਕੇਸ ਪੰਜਾਬ ਵਿੱਚ ਵੀ ਵੱਧ ਕੇ, ਖਾਸ ਕਰਕੇ ਅੰਮ੍ਰਿਤਸਰ ਵਿੱਚ ਕਾਫੀ ਕੇਸ ਦੇਖਣ ਨੂੰ ਮਿਲ ਰਹੇ ਆ। ਦੇਖੋ, ਬਲੈਕ ਫੰਗਸ ਦੇ ਕੇਸ ਸਾਡੇ ਪੰਜਾਬ 'ਚ ਪਹਿਲਾਂ ਮਿਲੇ ਸੀ ਬਠਿੰਡੇ 'ਚ ਜੀ। ਹੁਣ ਬਠਿੰਡੇ ਵਿੱਚੋਂ ਘੱਟ ਰੌਲਾ ਪੈਂਦਾ, ਸਾਡੇ ਜਲੰਧਰ ਵਿੱਚ ਵੀ ਮਿਲੇ ਆ। ਬੜੀ ਮੁਸ਼ਕਲ ਦਵਾਈ ਮਿਲ ਰਹੀ ਸੀ, ਪ੍ਰਬੰਧ ਕਰਨਾ ਮੁਸ਼ਕਲ ਸੀ। ਹੁਣ ਅਚਾਨਕ ਅੰਮ੍ਰਿਤਸਰ 'ਚ ਵੱਧ ਗਏ ਨੇ। ਕੱਲ੍ਹ ਨੂੰ ਕਿੱਥੇ ਵਧਣਗੇ ਸਾਨੂੰ ਪਤਾ ਨਹੀਂ। ਅੰਮ੍ਰਿਤਸਰ 'ਚ ਕੋਈ ਪੱਕਾ ਨਹੀਂ ਕਿ ਅੰਮ੍ਰਿਤਸਰ 'ਚ ਹੀ ਵੱਧ ਰਿਹਾ, ਕਦੇ ਕਿਤੇ ਵੱਧ ਰਹੇ ਨੇ। ਇਹਦੇ ਨਾਲ ਵੀ ਅਗਲੀ ਸਮੱਸਿਆ ਇਹ ਆ ਕਿ ਅੱਜ ਪਤਾ ਲੱਗ ਗਿਆ ਕਿ ਕੋਈ ਨਵਾਂ ਵੇਰੀਐਂਟ ਕਰੋਨਾ ਦਾ ਵੀ ਆ ਰਿਹਾ। ਜੇ ਕਰੋਨਾ ਦਾ ਨਵਾਂ ਵੇਰੀਐਂਟ ਆ ਗਿਆ ਫਿਰ ਕੀ ਬਣੇਗਾ? ਸਾਡੀ ਸਰਕਾਰ ਇਸ ਵਹਿਮ ਵਿੱਚ ਆ ਕਿ ਅਸੀਂ ਕਰੋਨਾ ਵਾਇਰਸ ਨੂੰ ਕੰਟਰੋਲ ਕਰ ਲਿਆ। ਇਹ ਵਹਿਮ ਸਾਨੂੰ ਪਿਛਲੇ ਸਾਲ ਨਵੰਬਰ ਵਿੱਚ ਵੀ ਪਿਆ ਸੀ।
ਨਵੰਬਰ ਦਸੰਬਰ ਜਨਵਰੀ ਫਰਵਰੀ ਲੰਘੀ ਤੇ ਮਾਰਚ ਤੋਂ ਫਿਰ ਵਧਣਾ ਸ਼ੁਰੂ ਹੋ ਗਿਆ ਤੇ ਮੁੜ ਕੇ 1.5 ਮਹੀਨੇ ਦੇ ਅੰਦਰ ਅੰਦਰ ਇੰਨਾ ਵੱਧ ਗਿਆ ਸੀ, ਕੇਸ ਵੀ ਦੁੱਗਣੇ ਹੋ ਗਏ ਸਨ ਤੇ ਮੌਤਾਂ ਵੀ ਦੁੱਗਣੀਆਂ ਹੋ ਗਈਆਂ ਸੀ। ਜੀ ਇਸ ਵੇਲੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਇਸ ਵਹਿਮ ਵਿੱਚ ਆ, ਉਹਦੀ ਟੀਮ ਇਸ ਵਹਿਮ ਵਿੱਚ ਆ ਕਿ ਅਸੀਂ ਕਰੋਨਾ ਵਾਇਰਸ ਨੂੰ, ਉਹਦੇ ਨਾਲ ਜੁੜੀਆਂ ਅਲਾਮਤਾਂ ਨੂੰ ਕੰਟਰੋਲ ਕਰ ਲਿਆ, ਜਦ ਕਿ ਉਹ ਅਜੇ ਹੋਈਆਂ ਨਹੀਂ। ਇਹ ਹੁਣ ਜੇ ਇਸ ਵਹਿਮ ਵਿੱਚ ਰਹਿਣਗੇ, ਲੋਕਾਂ ਨੂੰ ਅਗਲੀ ਕਿਸੇ ਛਲ ਜਿਹੜੀ ਆਉਣੀ ਆ ਉਹਦੇ ਵਾਸਤੇ ਸੁਚੇਤ ਨਾ ਕਰਨਗੇ। ਮਾਹਰ ਸਾਰੇ ਕਹਿੰਦੇ ਆ ਕਿ ਕਰੋਨਾ ਵਾਇਰਸ ਦਾ ਇੱਕ ਉਛਾਲਾ ਹੋਰ ਆ ਸਕਦਾ। ਜੇ ਉਹਦੇ ਬਾਰੇ ਸੁਚੇਤ ਕਰਨ ਦੇ ਥਾਂ ਇਹ ਆਪਣੇ ਭਰਮ ਵਿੱਚ ਰਿਹਾ ਤੇ ਲੋਕਾਂ ਨੂੰ ਭਰਮ 'ਚ ਰੱਖਿਆ ਤੇ ਇਹਦਾ ਨੁਕਸਾਨ ਹੋਵੇਗਾ। ਬਿਹਤਰ ਇਹ ਆ ਕਿ ਆ ਜਿਹੜੇ ਬਲੈਕ ਫੰਗਸ ਦੇ ਕੇਸ ਵੱਧਦੇ ਆ ਤੇ ਨਵਾਂ ਵੇਰੀਐਂਟ ਆ ਰਿਹਾ, ਉਹਦਾ ਰਾਹ ਰੋਕਣ ਵਾਸਤੇ ਵੇਲੇ ਤੋਂ ਪਹਿਲਾਂ ਕੁਝ ਕੀਤਾ ਜਾਵੇ, ਜੋ ਵੀ ਬਣਦਾ ਉਹ ਕੀਤਾ ਜਾਵੇ। ਜੀ ਚੰਗੀ ਗੱਲ ਤਾਂ ਇਹ ਹੈ, ਕਿਉਂਕਿ ਅੱਜ ਵੀ ਪ੍ਰਧਾਨ ਮੰਤਰੀ ਉਹਨਾਂ ਨੂੰ ਸੰਬੋਧਨ ਕਰਨਾ ਦੇਖਦੇ ਫਿਰ ਕੀ ਕਹਿੰਦੇ ਆ। ਪਰ ਸਾਹਿਬ ਬਹੁਤ ਬਹੁਤ ਧੰਨਵਾਦ ਖਬਰਾਂ 'ਚ ਚਰਚਾ ਕਰਨ ਲਈ। ਜੀ ਸੋ ਇਹ ਸਨ ਨਾਮਵਰ ਪੱਤਰਕਾਰ ਜਤਿੰਦਰ ਪੰਨੂ ਜੀ, ਜਿਨ੍ਹਾਂ ਨੇ ਆਪਣੇ ਤਰੀਕੇ ਨਾਲ ਖਬਰਾਂ ਤੇ ਚਰਚਾ ਕੀਤੀ ਹੈ। ਕੱਲ ਫਿਰ ਮਿਲਾਂਗੇ ਨਵੇਂ ਪ੍ਰੋਗਰਾਮ ਵਿੱਚ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।